बहुत ही प्यारे बच्चों, अज आपां तुहानूं सफ़रनामे बारे विस्तारपूर्वक जानकारी देवांगे बच्चों। ते आपां संखेप दे विच भी तुहानूं समझा सकते सी, पर यह जानकारी तुहाडे अगे काम आएगी क्योंकि बहुत सारियां परीक्षावां दे विच जानकारी तुहानूं यह काम देण वाली है। इस करके आपां विस्तारपूर्वक ही तुहानूं सारी जानकारी देवांगे। ठीक है बच्चों। तो सफ़रनामा की हुंदा बच्चों, जो तुसीं किते सफ़र करदे हो, सफ़र करना की हुंदा, किते यात्रा करनी। ठीक है। सफ़र नूं जदों आपां लिख दिंदे आ उहनूं सफ़रनामा कहा जांदा। ठीक है। जदों आपां कोई भी किते सफ़र करके आउंदे ना, आपां उहनूं जदों आके लिख दिंदे आ ते पाठक उहनूं पढ़दे ने तां बच्चों की हुंदा है सफ़रनामा। ठीक है। तो चलो फिर आपां देखते हैं की लिखिया। सफ़रनामा मनुख दी एक घुमक्कड़ मनोवृत्ति की पैदावार है। घूमण फिरन वाली है ना, घूमना फिरना तो सैर सपाटे करना मनुख दी जमांदरू रुचि है, भी शुरू तो वधिया लगता है। सैर सपाटे करन वाली यह रुचि ते घुमक्कड़ प्रवृत्तियां दूसरियां जिहड़ियां चीज़ां नालों इंसान नूं बहुत वधिया लगदियां ते दूसरियां नूं जानना ते जिहड़ी उस अंदर लोचा हुंदी है ना, इच्छा हुंदी है, वह भी बहुत ज़्यादा हुंदी है। दूसरियां बारे ज्ञान की भुख, सोच, सुंदरता, इनू वेखण मानण, देश विदेश का सफ़र करना। ठीक है। उत्थों के मौसम, रुत्तां सब कुछ देखना, ये सारा कुछ की है बच्चों तो सफ़रां का एक कारण बनता है। ठीक है ना। तो आपां कह सकते हैं भी इस तरह संसार की सोच सिरजना विच एक ताल है, एक लय है, एक गति है, जिसनों इकसुर होना मतलब वधिया लगता है। जिहड़ा बंदा जांदा है उसनूं चारे पासे अपने आप नूं देखना, ब्रह्मंड नूं देखना ते मन वधिया लगदा, ते ओह वधिया चीज़ां ही आपां लिख के पाठकां अगे रखदे हां। यही तांग उमंग वातावरण है जिहड़ा ओह साडीआं दूर दराडे ने जिहड़ियां मंजिलां ने उहनां नूं पूरे करवाउंदा है। ठीक है ना। किसी भूखंड ते भूमंडल दीआं रंग रंगीनियां बारे अपने अनुभव लिखना, एहसास ते भावां प्रभावां नूं मतलब सोच सुंदर शब्दां विच रूपांतरित करदे हाँ तां उसनूं आपां की कहने सफ़रनामे ਦਾ ਜਿਹੜਾ ਉਦੋਂ ਜਨਮ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਯਾਤਰਾ ਵਿੱਚ ਪ੍ਰਾਪਤ ਕੀਤੇ ਤਜਰਬਿਆਂ ਨੂੰ ਜਦੋਂ ਲਿਪੀਬੱਧ ਕੀਤਾ ਜਾਂਦਾ ਹੈ ਤਾਂ ਸਫ਼ਰਨਾਮੇ ਦੀ ਉਤਪਤੀ ਹੁੰਦੀ ਹੈ। ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਸਫ਼ਰ ਦੌਰਾਨ ਪ੍ਰਾਪਤ ਕੀਤੇ ਗਿਆਨ ਨੂੰ ਜਦੋਂ ਯਾਦਾਂ ਦੇ ਆਧਾਰ 'ਤੇ ਕਲਾਤਮਿਕ ਢੰਗ ਨਾਲ ਚਿਤਰਿਆ ਹੁੰਦਾ ਹੈ ਤਾਂ ਉਹ ਸਫ਼ਰਨਾਮਾ ਹੁੰਦਾ ਹੈ। ਨਾਮਕਰਨ ਦੇਖਦੇ ਹਾਂ ਬੱਚਿਓ। ਸ਼ਾਬਦਿਕ ਅਰਥ ਸਫ਼ਰਨਾਮਾ ਸਫ਼ਰ ਅਤੇ ਨਾਮਾ ਦੇ ਸ਼ਬਦਾਂ ਨੂੰ ਜੋੜ ਕੇ ਸਿਰਜਿਤ ਹੋਇਆ ਹੈ, ਜਿਸ ਦਾ ਸ਼ਾਬਦਿਕ ਅਰਥ ਹੈ ਸਫ਼ਰ ਦਾ ਬਿਆਨ ਜਾਂ ਬਿਰਤਾਂਤ, ਸਫ਼ਰ ਨੂੰ ਬਿਆਨਣਾ। ਠੀਕ ਹੈ। ਅੰਗਰੇਜ਼ੀ ਵਿੱਚ ਇਸ ਨੂੰ ਟਰੈਵਲੌਗ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਯਾਤਰਾ, ਟਰੈਵਲ ਕਰਨਾ। ਠੀਕ ਹੈ। ਦਾ ਸਚਿੱਤਰ ਬਿਰਤਾਂਤ। ਹਿੰਦੀ ਵਿੱਚ ਸਫ਼ਰਨਾਮਾ ਨੂੰ ਯਾਤਰਾ ਸਾਹਿਤਯ ਅਥਵਾ ਯਾਤਰਾ ਬਿਰਤਾਂਤ ਕਿਹਾ ਜਾਂਦਾ ਹੈ। ਲੱਛਣ ਦੇਖਦੇ ਹਾਂ, ਪਰਿਭਾਸ਼ਾ ਦੇਖਦੇ ਹਾਂ ਬੱਚੋ। ਪਰਿਭਾਸ਼ਾ ਕੀ ਹੁੰਦੀ ਹੈ? ਜਿਹੜੀ ਹੂਬਹੂ ਕਿਸੇ ਦੀ ਗੱਲ ਨੂੰ ਆਪਾਂ ਕੌਮਿਆਂ 'ਚ ਬੰਦ ਕਰਕੇ ਲਿਖਦੇ ਹਾਂ। ਸਫ਼ਰਨਾਮੇ ਦੇ ਲੱਛਣ ਤੇ ਪਰਿਭਾਸ਼ਾ ਬਾਰੇ ਵਿਦਵਾਨ ਆਲੋਚਕਾਂ ਨੇ ਆਪਣੇ ਜਿਹੜੇ ਨਜ਼ਰੀਏ ਨੇ ਉਹ ਸਾਡੇ ਸਾਹਮਣੇ ਪੇਸ਼ ਕੀਤੇ ਨੇ। ਠੀਕ ਹੈ ਨਾ। ਸਫ਼ਰਨਾਮਾ ਇੱਕ ਸਿਰਜਣ ਪ੍ਰਕਿਰਿਆ ਹੈ। ਸਿਰਜਣ ਕੀ ਹੁੰਦਾ? ਕਿਸੇ ਚੀਜ਼ ਨੂੰ ਬਣਾਉਣਾ। ਠੀਕ ਹੈ ਨਾ। ਜਿਸ ਦੁਆਰਾ ਲੇਖਕ ਆਪਣੇ ਆਪ ਨਾਲ ਜੁੜੀਆਂ ਘਟਨਾਵਾਂ ਦੇ ਵਰਣਨ ਰਾਹੀਂ ਆਪਣੇ ਸਮੇਂ, ਸਥਾਨ ਤੇ ਦੇਸ਼ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਪਰਿਸਥਿਤੀਆਂ ਦਾ ਗਿਆਨ ਵੀ ਕਰਵਾ ਸਕਦਾ ਹੈ, ਵੀ ਜਿੱਥੇ ਜਾਂਦਾ ਉੱਥੋਂ ਦੇ ਮਾਹੌਲ ਆ ਜਿਹੜਾ। ਠੀਕ ਹੈ। ਤੇ ਘਰ ਬੈਠੇ ਮਾਨਸਿਕ ਤੌਰ 'ਤੇ ਦੇਸ਼ ਵਿਦੇਸ਼ ਦੀ ਸੈਰ ਦਾ ਆਨੰਦ ਵੀ ਮਾਣ ਸਕਦਾ ਹੈ। ਸਫ਼ਰਨਾਮਾ ਇੱਕ ਅਜਿਹੀ ਗਦ ਰਚਨਾ ਹੈ ਜਿਸ ਵਿੱਚ ਅਣਜਾਣੀ ਤੇ ਦੁਰੇਡੀ ਧਰਤੀ ਸੰਬੰਧੀ ਬਹੁਮੁਖੀ ਤੇ ਬਹੁਪਸਾਰੀ ਗਿਆਨ ਸਾਹਿਤਿਕ ਰੰਗ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਤੇ ਸਫ਼ਰਨਾਮਾ ਸਾਹਿਤ ਦੀ ਇੱਕ ਅਜਿਹੀ ਰੂਪ ਵਿਧਾ ਹੈ ਜਿਸ ਵਿੱਚ ਲੇਖਕ ਆਪਣੇ ਸੈਰ ਦੇ ਪ੍ਰਤੀਕਰਮਾਂ ਦਾ ਵੇਰਵਾ ਆਲੋਚਨਾਤਮਕ ਜਿਹੜੀ ਸ਼ੈਲੀ ਹੁੰਦੀ ਹੈ ਨਾ ਬੱਚੇ, ਉਸ ਵਿੱਚ ਪੇਸ਼ ਕਰਦਾ ਹੈ। ਸਫ਼ਰਨਾਮਾ ਕਈ ਪ੍ਰਕਾਰ ਦੀਆਂ ਸਾਹਿਤਿਕ ਵੰਨਗੀਆਂ 'ਤੇ ਉਸਰਿਆ ਇੱਕ ਸੁਤੰਤਰ ਰੂਪਾਕਾਰ ਹੈ ਜਿਸ ਵਿੱਚ ਲੇਖਕ ਆਪਣੇ ਨਿੱਜੀ ਅਨੁਭਵਾਂ, ਭੂਗੋਲਿਕ, ਸਮਾਚਾਰ ਅਤੇ ਸੱਭਿਆਚਾਰਕ ਗਿਆਨ ਨੂੰ ਕਲਾਤਮਿਕ ਸਾਂਚੇ ਵਿੱਚ ਢਾਲ ਕੇ ਪੇਸ਼ ਕਰਦਾ ਹੈ ਅਤੇ ਇਸ ਗਿਆਨਮਈ ਪੇਸ਼ਕਾਰੀ ਦੇ ਨਾਲ ਨਾਲ ਸਾਹਿਤਿਕ ਕਲਾ ਵਿਧੀਆਂ ਅਪਣਾ ਕੇ ਪਾਠਕਾਂ ਨੂੰ ਸੇਧ ਵੀ ਦਿੰਦਾ ਹੈ, ਦਿਸ਼ਾ ਨਿਰਦੇਸ਼ ਵੀ ਕਰਦਾ ਹੈ, ਆਨੰਦ ਵੀ ਦਿੰਦਾ ਹੈ। ਠੀਕ ਹੈ ਨਾ। ਆਮ ਤੌਰ 'ਤੇ ਗਿਆਨ ਵਿਵਰਣ ਅਤੇ ਤਜਰਬਿਆਂ ਦੀ ਪੇਸ਼ਕਾਰੀ ਸੁਚੇਤ
ਤੌਰ 'ਤੇ ਆਲੋਚਨਾਤਮਕ ਸ਼ੈਲੀ ਵਿੱਚ ਕੀਤੀ ਜਾਂਦੀ ਹੈ। ਬੱਚੋ ਵੀ ਆਪਾਂ ਸੰਖੇਪ ਦੇ ਵਿੱਚ ਇਹ ਗੱਲ ਕਹਿ ਸਕਦੇ ਹਾਂ ਵੀ ਬੰਦਾ ਜਿੱਥੇ ਵੀ ਜਾਂਦਾ ਨਾ, ਉੱਥੋਂ ਦੇ ਜਿਹੜੇ ਸਮਾਜ ਲੋਕ ਕਿਹੋ ਜਿਹੇ ਨੇ, ਉੱਥੇ ਦੀ ਰਾਜਨੀਤਿਕ ਸਰਕਾਰਾਂ ਕਿਹੋ ਜਿਹੀਆਂ ਨੇ, ਠੀਕ ਹੈ ਨਾ, ਆਰਥਿਕ ਤੌਰ 'ਤੇ ਲੋਕ ਕਿਵੇਂ ਨੇ, ਪੈਸੇ ਕੰਨੀਓ, ਹੈ ਨਾ, ਸੱਭਿਆਚਾਰ ਕਿੱਦਾਂ ਦਾ, ਉਹ ਸਭ ਕਾਸੇ ਨੂੰ ਜਿਹੜਾ ਆਪਾਂ ਪੇਸ਼ ਕਰਦੇ ਹਾਂ ਸਫ਼ਰਨਾਮੇ ਰਾਹੀਂ, ਠੀਕ ਹੈ, ਵੀ ਇਹ ਦਰਸ਼ਕਾਂ ਨੂੰ ਸੇਧ ਵੀ ਦਿੰਦਾ। ਜਿਹੜੇ ਪਾਠਕ ਹੁੰਦੇ ਨੇ, ਪੜ੍ਹਦੇ ਨੇ, ਹੈ ਨਾ, ਤਾਂ ਪਾਠਕਾਂ ਨੂੰ ਆਪਾਂ ਕੀ ਇਹ ਸੇਧ ਵੀ ਮਿਲਦੀ ਇੱਕ ਤਰ੍ਹਾਂ ਨਾਲ, ਠੀਕ ਹੈ। ਅਤੇ ਆਪ ਹੰਢਾਏ ਹੋਏ ਜਿਹੜੇ ਅਹਿਸਾਸ ਨੇ, ਅਨੁਭਵ ਨੇ, ਸੈਲਾਨੀ ਵਜੋਂ, ਸੈਲਾਨੀ ਕੌਣ ਹੁੰਦੇ ਨੇ, ਜਿਹੜੇ ਕਿਤੇ ਯਾਤਰਾ ਕਰਦੇ ਨੇ, ਉਹ ਸਾਰਾ ਕੁਛ ਆਪਾਂ ਅਨੁਭਵ ਕਰਦੇ ਹਾਂ, ਆਪਾਂ ਵੀ ਘੁੰਮੇ ਆਉਂਦੇ ਹਾਂ ਮਤਲਬ ਉੱਥੇ, ਠੀਕ ਹੈ। ਸਫ਼ਰਨਾਮਾ ਲੇਖਕ ਦੇ ਗੁਣ, ਵੀ ਸਫ਼ਰਨਾਮਾ ਜਿਹੜਾ ਲੇਖਕ ਉਹਦੇ ਗੁਣ ਕੀ ਹੋਣੇ ਚਾਹੀਦੇ ਨੇ ਵੀ ਜਿਹੜਾ ਲਿਖਦਾ। ਸਫ਼ਰਨਾਮੇ ਦਾ ਲੇਖਕ ਭਾਵੇਂ ਇੱਕ ਸਾਹਿਤਕਾਰ ਹੁੰਦਾ ਹੈ, ਪਰ ਉਸ ਵਿੱਚ ਕੁਝ ਅਜਿਹੇ ਅਲੱਗ ਗੁਣ, ਨਿਵੇਕਲੇ ਗੁਣ ਵੀ ਹੋਣੇ ਚਾਹੀਦੇ ਹਨ ਜਿਹੜੇ ਉਸਨੂੰ ਬਾਕੀ ਸਾਹਿਤਕਾਰਾਂ ਦੀ ਕਤਾਰ ਨਾਲੋਂ ਅਲੱਗ ਕਰਦੇ ਨੇ, ਠੀਕ ਹੈ ਨਾ। ਅਜਿਹੇ ਗੁਣ ਹੀ ਸਫ਼ਰਨਾਮਾ ਲੇਖਕ ਦੇ ਪਛਾਣ ਚਿੰਨ੍ਹ ਹਨ ਅਤੇ ਸਫ਼ਰਨਾਮੇ ਦੇ ਮਹੱਤਵ ਜਿਹੜਾ ਹੈਗਾ ਉਹ ਲੇਖਕਾਂ ਦੇ ਜਿਹੜੇ ਗੁਣ ਨੇ ਉਹਨਾਂ ਦੇ ਨਾਲ ਹੀ ਹੁੰਦਾ ਹੈ। ਸਫ਼ਰਨਾਮਾ ਲੇਖਕ ਇੱਕ ਸੈਲਾਨੀ ਹੀ ਨਹੀਂ, ਬਲਕਿ ਉਹ ਇੱਕ ਸੁਚੇਤ ਵਿਅਕਤੀ ਵੀ ਹੈ। ਸੁਚੇਤ, ਉਹ ਸਾਰਾ ਕੁਝ ਦੇਖ ਰਿਹਾ, ਜੇ ਦੇਖੂਗਾ ਹੀ ਨਹੀਂ ਕੋਈ ਫਿਰ ਲਿਖੂਗਾ ਕਿਵੇਂ, ਹੈ ਨਾ। ਅਤੇ ਇੱਕ ਭਾਵਕ ਸਾਹਿਤਕਾਰ ਵੀ ਹੁੰਦਾ ਹੈ, ਜਿਸ ਦੀ ਸ਼ਖਸੀਅਤ ਵਿੱਚ ਸਾਹਿਤਕਾਰ ਜਿਹੜਾ ਕੋਈ ਬੰਦਾ ਲਿਖਦਾ, ਹੈ ਨਾ ਬੱਚਿਓ, ਆਲੋਚਨਾ ਵਿਅਕਤੀ ਹੁੰਦੀ ਹੈ, ਵੀ ਦੇਖਦਾ ਵੀ ਇਹ ਚੀਜ਼ ਦੇ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਨਹੀਂ, ਕਿਉਂਕਿ ਉਹ ਆਲੋਚਨਾ ਕਰਨੀ ਕੀ ਹੁੰਦੀ ਹੈ ਬੱਚਿਓ, ਜਦੋਂ ਆਪਾਂ ਕਿਸੇ ਚੀਜ਼ ਬਾਰੇ ਪੂਰਾ ਘੋਖ ਕਰਦੇ ਹਾਂ, ਵਿਚਾਰ ਕਰਦੇ ਹਾਂ, ਠੀਕ ਹੈ ਨਾ, ਨਿਡਰ ਹੋ ਕੇ ਪੇਸ਼ ਕਰਦਾ ਉਸ ਨੂੰ। ਲੇਖਕ ਦਾ ਭੂਗੋਲਿਕ, ਇਤਿਹਾਸ, ਸੱਭਿਆਚਾਰ, ਸਾਹਿਤ, ਵਿਗਿਆਨ ਅਤੇ ਸਮਾਜਿਕ ਕਲਾਵਾਂ ਵਿੱਚ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗਿਆਨਵਾਨ, ਸੰਵੇਦਨਸ਼ੀਲ, ਬੌਧਿਕ ਅਤੇ ਕਲਾਤਮਿਕ ਰੁਚੀਆਂ ਵਾਲਾ ਸੈਲਾਨੀ ਹੀ ਸਫ਼ਰਨਾਮਾ ਲਿਖ ਸਕਦਾ ਹੈ। ਡਾਕਟਰ ਪਰਮਿੰਦਰ ਸਿੰਘ ਨੇ ਲਿਖਿਆ ਹੈ ਕਿ ਸਫ਼ਰਨਾਮਾ ਲਿਖਣਾ ਵੀ ਇੱਕ ਹੁਨਰ ਹੈ। ਇਸ ਹੁਨਰ ਵਿੱਚ ਪ੍ਰਵੀਣ ਉਹੀ ਹੋ ਸਕਦਾ ਹੈ ਜਿਸ ਦਾ ਗਿਆਨ ਵਿਸ਼ਾਲ ਹੋਵੇ, ਕਲਪਨਾ ਬਲਵਾਨ ਅਤੇ ਕਲਮ ਵਿੱਚ ਜ਼ੋਰ ਹੋਵੇ। ਪ੍ਰਵਾਸੀ ਧਰਤੀ, ਪ੍ਰਵਾਸੀ ਪ੍ਰਵਾਸੀ ਕੀ ਹੁੰਦਾ, ਦੂਸਰਾ ਦੇਸ਼ ਕੋਈ ਵੀ, ਹੈ ਨਾ। ਪ੍ਰਵਾਸੀ ਜੀਵਨ ਨੂੰ ਵੇਖਣ ਦੀ ਇੱਛਾ ਹੋਵੇ, ਰੀਝ ਹੋਵੇ, ਹਰ ਵਰਣਨ ਨੂੰ ਰੰਗੀਨ ਬਣਾਉਣ ਦੀ ਪ੍ਰਤਿਭਾ ਹੋਵੇ ਅਤੇ ਉਦਗਾਰਾਂ ਨੂੰ ਪਾਠਕਾਂ ਨਾਲ ਸਾਂਝਾ ਕਰਨ ਦੀ ਦਲੇਰੀ ਹੋਵੇ। ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਚਾਰ ਹੈ ਕਿ ਸਫ਼ਰਨਾਮਾ ਰਚੇਤਾ ਇੱਕ ਚੇਤਨ ਸਾਹਿਤਕ ਯਾਤਰੀ ਹੈ, ਜਿਸ ਨੂੰ ਅਣਗਾਹੇ ਰਾਹ ਅਤੇ ਨਵੀਆਂ ਮੰਜ਼ਲਾਂ, ਸੂਰਜ ਦੀਆਂ ਬਰੂਹਾਂ ਤੱਕ ਪਹੁੰਚਣ ਲਈ ਪ੍ਰੇਰ ਰਹੀਆਂ ਹੁੰਦੀਆਂ ਨੇ, ਠੀਕ ਹੈ ਨਾ। ਜਿਹੜੇ ਟੁਰ ਪੈਂਦੇ ਹਨ ਉਹ ਥਿੰਦੇ ਬੂਹਿਆਂ ਤੱਕ ਅੱਪੜ ਹੀ ਜਾਂਦੇ ਹਨ, ਠੀਕ ਹੈ। ਸੱਚੋ ਸੱਚ ਜੋ ਅਮਰੀਕਾ ਦਾ ਸਫ਼ਰਨਾਮਾ ਉੱਥੇ ਲਿਖਿਆ ਉਹਨਾਂ ਨੇ। ਸਫ਼ਰਨਾਮੇ ਦੇ ਲੇਖਕ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਧਰਤੀਆਂ ਦੇ ਦਰਮਿਆਨ ਇੱਕ ਸਫ਼ੀਰ, ਇੱਕ ਰਾਜਦੂਤ ਹੀ ਨਹੀਂ ਬਲਕਿ ਅਗਰਦੂਤ ਵੀ ਹੁੰਦਾ ਹੈ, ਜੋ ਸੱਭਿਆਚਾਰਾਂ ਵਿੱਚ ਵਿਥਾਂ ਘਟਾਉਣ ਲਈ ਵਚਨਬੱਧ ਹੋ ਕੇ ਸੱਭਿਆਚਾਰਕ ਕਾਰਜ ਨਿਭਾ ਰਿਹਾ ਹੁੰਦਾ ਹੈ। ਸੋ ਸੁਯੋਗ ਸਫ਼ਰਨਾਮਾਕਾਰ ਉਹ ਸੈਲਾਨੀ ਬਣ ਸਕਦਾ ਹੈ ਜਿਹੜਾ ਅਜਿਹੇ ਗੁਣਾਂ ਨਾਲ ਸੁਸ਼ੋਭਿਤ ਹੋਵੇ ਕਿ ਪ੍ਰਦੇਸ ਗਮਨ ਦੀਆਂ ਮੰਜ਼ਿਲਾਂ ਮਾਰਨ ਲਈ ਸਮਰਪਣ ਦੀ ਜੋ ਭਾਵਨਾ ਹੁੰਦੀ ਉਹਦੇ ਨਾਲ ਤਤਪਰ ਹੋਵੇ। ਇਸ ਤੋਂ ਇਲਾਵਾ ਸਫ਼ਰਨਾਮਾ ਲੇਖਕ ਬੇਪਰਵਾਹੀ ਅਤੇ ਮੌਜ ਦੇ ਮਾਹੌਲ ਵਿੱਚ ਵਿਚਰਦਾ ਹੋਇਆ ਵੀ ਜ਼ਿੰਦਗੀ ਦੇ ਪ੍ਰਤੀ ਇੱਕ ਖਾਸ ਦ੍ਰਿਸ਼ਟੀਕੋਣ ਰੱਖਦਾ ਹੈ। ਇਹ ਦ੍ਰਿਸ਼ਟੀਕੋਣ ਹੀ ਉਸਦੀ ਜੀਵਨ ਫਿਲਾਸਫੀ ਹੈ ਅਤੇ ਜੀਵਨ ਦਰਸ਼ਨ ਹੈ। ਆਪਣੇ ਦ੍ਰਿਸ਼ਟੀਕੋਣ ਦੇ ਮਾਪਦੰਡ ਨਾਲ ਉਹ ਯਾਤਰਾ ਦੇ ਦੌਰਾਨ ਉਪਲਬਧ ਬਾਹਰੀ ਜਗਤ ਦਾ ਨਿਰੀਖਣ ਕਰਦਾ ਹੈ, ਪਰ ਆਵਸ਼ਕਤਾ ਇਸ ਗੱਲ ਦੀ ਹੈ ਕਿ ਸਫ਼ਰ ਸਾਹਿਤਕਾਰ ਸਵੈ ਦੇਸ਼ ਪ੍ਰੇਮ ਨਾਲ ਪਰਾਏ ਦੇਸ਼ਾਂ ਦੀ ਮਹਿਮਾ ਲਈ ਵੀ ਉਦਾਰ ਹੋਵੇ, ਵੀ ਉਹ ਦੂਜੇ ਦੇਸ਼ਾਂ ਦੀ ਮਹਿਮਾ ਗਾਉਣ ਦਾ ਵੀ ਉਹਦੇ ਅੰਦਰ ਜਜ਼ਬਾ ਹੋਵੇ, ਠੀਕ ਹੈ ਨਾ। ਸਾਹਿਤ ਕੋਸ਼ ਵਿੱਚ ਲਿਖਿਆ ਹੈ ਕਿ ਸਾਹਿਤ ਯਾਤਰੀ ਸਫ਼ਰਨਾਮਾ ਦੇ ਕੇਂਦਰ ਵਿੱਚ ਹੁੰਦਾ ਹੋਇਆ ਵੀ ਪ੍ਰਧਾਨ ਅਤੇ ਪ੍ਰਮੁੱਖ ਨਹੀਂ ਹੁੰਦਾ, ਕਿਉਂਕਿ ਜੇਕਰ ਯਾਤਰਾਕਾਰ ਦੀ ਸ਼ਖਸੀਅਤ ਉਭਰੇਗੀ ਤਾਂ ਹੋਰ ਸਭੋ ਕੁਝ ਦੁਜੈਲਾ ਅਤੇ ਗੈਰ ਪ੍ਰਧਾਨ ਹੋ ਜਾਵੇਗਾ ਅਤੇ ਸਫ਼ਰਨਾਮਾ ਯਾਤਰਾ ਸਹਿਤ ਨਾ ਬਣਨ ਕਰਕੇ ਆਤਮ ਚਰਿੱਤਰ ਜਾਂ ਸਵੈ ਜੀਵਨੀ ਹੀ ਰਹਿ ਜਾਵੇਗਾ। ਇਸ ਲਈ ਸਫ਼ਰਨਾਮਾ ਲੇਖਕ ਆਪਣਾ ਆਪਾ ਪਿੱਛੇ ਰੱਖਦਾ ਹੈ, ਆਪਣੇ ਬਾਰੇ ਨਹੀਂ ਗੱਲਾਂ ਦੱਸੀ ਜਾਂਦਾ ਉਹ, ਠੀਕ ਹੈ। ਇਸੇ ਤਰ੍ਹਾਂ ਉਹ ਸੈਲਾਨੀ ਸਫ਼ਰਨਾਮੇ ਦਾ ਸੁਯੋਗ ਲੇਖਕ ਬਣ ਸਕਦਾ ਹੈ ਜਿਹੜਾ ਅਜਿਹੇ ਗੁਣਾਂ ਮਤਲਬ ਨਾਲ ਸੁਸ਼ੋਭਿਤ ਹੋ ਕੇ ਪ੍ਰਦੇਸ਼ ਦੀਆਂ ਮੰਜ਼ਿਲਾਂ ਤੈਅ ਕਰਨ ਲਈ ਸਮਰਪਣ ਦੀ ਭਾਵਨਾ ਲਈ ਤਤਪਰ ਹੁੰਦਾ ਹੈ, ਠੀਕ ਹੈ। ਅਤੇ ਜਿਵੇਂ ਬੱਚੋ ਸੈਲਾਨੀ ਕੌਣ ਹੁੰਦੇ ਨੇ, ਜਿਵੇਂ ਆਪਾਂ ਸ਼ਿਮਲੇ ਚਲੇ ਜਾਈਏ, ਠੀਕ ਹੈ, ਆਪਾਂ ਸੈਲਾਨੀ ਹੋਵਾਂਗੇ ਉੱਥੇ, ਪਰ ਜਦੋਂ ਆਪਾਂ ਹਾਲ ਬਿਆਨਾਂਗੇ ਆਪਣੇ ਅੰਦਰੋਂ ਸਾਰੀਆਂ ਗੱਲਾਂ ਹੁਣ ਜਿਹੜੀਆਂ ਆਪਾਂ ਉੱਪਰ ਦੇਖੀਆਂ ਨੇ, ਠੀਕ ਹੈ, ਫਿਰ ਆਪਾਂ ਸਫ਼ਰਨਾਮਾ ਲਿਖ ਸਕਦੇ ਹਾਂ। ਸਫ਼ਰਨਾਮੇ ਦੇ ਰਚਨਾਤਮਕ ਤੱਤ ਦੇਖਦੇ ਆਪਾਂ।
बहुत सारे तत्त होंगे ने बच्चों। सब तो पहला तत्त है भूगोलिक विवरण, ठीक है। भूगोलिक की होंदियां ने, जिवें आपां कोई भी भूगोल जो धरती की वंड है आपां देखते हैं, उत्थों के हालात, ठीक है, सारा कुछ, मौसम। सैलानी जो सफ़र ते सैर लिए रवाना होंदा है तो कोई देश, भूखंड जां टापू उसकी यात्रा का निशाना होंदा है। ਸਾਹਿਤਕ सैलानी उस देश जां मुल्क की भूगोलिक स्थिति और भूगोलिक चौगिरदे का जो अनुभव करता है उसका वेरवा ते विवरण अपने सफ़रनामे विच दर्ज करता है। हर सफ़रनामा लेखक विश्व के नक्शे उत्ते उस देश की भूगोलिक दिशा ते दशा का विवरण सीधे या असिधे ढंग नाल अंकित कर जाता है। यही भूगोलिक विवरण है। सफ़रनामा जिस देश, भूखंड आदि विच जांदा है उसनूं ਉਹ ਆਪਣੇ ਜਿਹੜੇ ਦ੍ਰਿਸ਼ਟੀਕੋਣ ਅਨੁਸਾਰ ਵੇਖਦਾ ਹੈ। ਜਿਹੜਾ ਬੰਦਾ ਸਫ਼ਰਨਾਮਾ ਲਿਖ ਰਿਹਾ ਹੁੰਦਾ ਹੈ, ਠੀਕ ਹੈ ਨਾ, ਵਾਚਦਾ ਅਤੇ ਸਫ਼ਰਨਾਮੇ ਦੇ ਵਿੱਚ ਉਸ ਨੂੰ ਪੇਸ਼ ਕਰਦਾ ਹੈ। ਅਤੇ ਉਸ ਭੂਖੰਡ ਦੇ ਪਹਾੜਾਂ, ਨਦੀਆਂ, ਚਸ਼ਮਿਆਂ ਅਤੇ ਕੁਦਰਤੀ ਨਜ਼ਾਰਿਆਂ ਦਾ ਵਰਣਨ ਆਪਣੇ ਸਫ਼ਰਨਾਮੇ ਦੇ ਵਿੱਚ ਕਰਦਾ ਹੈ, ਠੀਕ ਹੈ ਨਾ ਬੱਚੋ। ਮਤਲਬ ਭੂਗੋਲਿਕ ਦ੍ਰਿਸ਼ਟੀ ਦੇ ਰਾਹੀਂ ਇਕੱਲਾ ਪੇਸ਼ ਨਹੀਂ ਕਰਦਾ, ਸਗੋਂ ਆਪਣੇ ਜਿਹੜੇ ਅਨੁਭਵ ਹੁੰਦੇ ਨੇ, ਠੀਕ ਹੈ, ਭਾਵਨਾਵਾਂ ਨੂੰ ਵੀ ਵਿੱਚ ਲੈ ਕੇ ਆਉਂਦਾ, ਠੀਕ ਹੈ। ਅੱਗੇ ਆ ਗਿਆ ਸੰਸਥਾਵਾਂ। ਕਿਸੇ ਮੁਲਕ ਦੀਆਂ ਕੌਮੀ ਸੰਸਥਾਵਾਂ ਦਾ ਵਰਣਨ ਲਗਭਗ ਹਰ ਸਫ਼ਰਨਾਮਾ ਕਰਦਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਵਿਦਿਅਕ, ਵੀ ਹੋਰ ਧਾਰਮਿਕ, ਪਰਿਵਾਰਿਕ, ਸਿਹਤ ਸੰਬੰਧੀ ਸੰਸਥਾਵਾਂ ਸ਼ਾਮਲ ਹਨ। ਸੰਸਥਾਵਾਂ ਕਿਸੇ ਸਫ਼ਰਨਾਮੇ ਦੀ ਤੱਥ ਮੂਲਕ ਸਮੱਗਰੀ ਹਨ। ਯਾਤਰਾ ਅਧੀਨ ਭੂਖੰਡ ਦੀਆਂ ਸੰਸਥਾਵਾਂ ਦਾ ਵਰਣਨ ਵੀ ਲੇਖਕ ਆਪਣੀ ਦਿਲਚਸਪੀ ਅਨੁਸਾਰ ਕਰਦਾ ਹੈ, ਠੀਕ ਹੈ ਨਾ। ਜਿਸ ਵਿਅਕਤੀ ਦਾ ਸੰਬੰਧ ਪੜ੍ਹਨ ਪੜ੍ਹਾਉਣ ਨਾਲ ਹੁੰਦਾ ਹੈ ਉਹ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬਾਰੇ ਗੱਲ ਕਰਦਾ ਹੈ। ਉੱਥੇ ਦੇ ਸਿੱਖਿਆ ਪ੍ਰਬੰਧ ਦੀ ਤੁਲਨਾ ਆਪਣੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨਾਲ ਕਰਦਾ ਹੈ। ਡਾਕਟਰੀ ਕਿੱਤੇ ਨਾਲ ਸੰਬੰਧਿਤ ਸਫ਼ਰਨਾਮਾਕਾਰ ਸਿਹਤ ਸੰਸਥਾਵਾਂ ਅਤੇ ਦਵਾਈਆਂ ਤਿਆਰ ਵਾਲੇ ਕਾਰਖਾਨੇ ਜਿਹੜੇ ਦਵਾਈਆਂ ਤਿਆਰ ਕਰਦੇ ਨੇ, ਠੀਕ ਹੈ, ਅਤੇ ਉਹਦੇ ਵਿੱਚ ਅੰਕਿਤ ਕਰਦਾ ਹੈ। ਸਾਹਿਤਕਾਰ, ਕਲਾਕਾਰਾਂ ਬਾਰੇ ਜਾਣਨ ਦਾ ਇੱਛੁਕ ਹੋਵੇਗਾ ਅਤੇ ਇਹਨਾਂ ਨਾਲ ਸੰਬੰਧਿਤ ਸੰਸਥਾਵਾਂ ਨੂੰ ਸਫ਼ਰਨਾਮੇ ਦਾ ਹਿੱਸਾ ਬਣਾਏਗਾ। ਉਦਾਹਰਨ ਲਈ ਬਲਵੰਤ ਗਾਰਗੀ ਆਪਣੀ ਅਮਰੀਕੀ ਯਾਤਰਾ ਦੌਰਾਨ ਗ੍ਰੀਨਿਚ ਵਿਲੇਜ ਵਰਗੀ ਥਾਂ ਲੱਭਦਾ ਹੈ ਅਤੇ ਉਸ ਦਾ ਵਰਣਨ ਆਪਣੇ ਸਫ਼ਰਨਾਮੇ ਦੇ ਵਿੱਚ ਕਰਦਾ ਹੈ, ਜੋ ਕਿ ਆਪਾਂ ਪੜ੍ਹਿਆ ਹੋਇਆ, ਠੀਕ ਹੈ। ਡਾਕਟਰ ਜਸਵੰਤ ਸਿੰਘ ਨੇਕੀ ਆਪਣੀ ਯੂਰਪ ਫੇਰੀ ਦੌਰਾਨ ਆਪਣਾ ਧਿਆਨ ਸਿਹਤ ਸੰਸਥਾਵਾਂ ਅਤੇ ਦਵਾਈਆਂ ਬਣਾਉਣ ਦੇ ਕਾਰਖਾਨੇ 'ਤੇ ਕੇਂਦਰਿਤ ਕਰਕੇ ਉਹਨਾਂ ਬਾਰੇ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦਾ ਹੈ। ਇਉਂ ਜਿਸ ਤਰ੍ਹਾਂ ਦੀਆਂ ਸੰਸਥਾਵਾਂ ਵਿੱਚ ਵੀ ਕੋਈ ਬੰਦਾ ਜਾਂਦਾ ਹੈ ਨਾ, ਰੁਚੀ ਹੁੰਦੀ ਹੈ ਉਸਦੀ, ਤਾਂ ਉੱਦਾਂ ਦਾ ਹੀ ਉਹ ਲਿਖਦਾ ਹੈ। ਅੱਗੇ ਆ ਗਿਆ ਉਪਜ ਅਤੇ ਉਤਪਾਦਨ। ਸਫ਼ਰਨਾਮਾਕਾਰ ਜੇਕਰ ਕੋਈ ਅਰਥ ਸ਼ਾਸਤਰੀ ਹੋਵੇ ਤਾਂ ਉਸਦੀ ਯਾਤਰਾ ਅਧੀਨ ਭੂਖੰਡ ਦੇ ਉਪਜ ਅਤੇ ਉਤਪਾਦਨ ਦੇ ਸਾਧਨਾਂ ਵੱਲ ਜ਼ਿਆਦਾ ਧਿਆਨ ਦੇਵੇਗਾ। ਸਹਿਜੇ ਇਹਨਾਂ ਸਾਧਨਾਂ ਦਾ ਆਪਣੇ ਦੇਸ਼ ਦੇ ਸਾਧਨਾਂ ਨਾਲ ਤੁਲਨਾਤਮਕ ਵਿਸ਼ਲੇਸ਼ਣ ਆਪਣੇ ਸਫ਼ਰਨਾਮੇ ਵਿੱਚ ਕਰੇਗਾ। ਇੱਕ ਆਮ ਯਾਤਰੀ ਦੀ ਵੀ ਕਿਸੇ ਵਿਸ਼ੇਸ਼ ਮੁਲਕ ਦੀ ਯਾਤਰਾ ਦੌਰਾਨ ਉੱਥੋਂ ਦੇ ਜਿਹੜੇ ਉਪਜ ਅਤੇ ਉਤਪਾਦਨ ਦੇ ਸਾਧਨਾਂ ਬਾਰੇ ਜਾਣਨ ਦੀ ਜਿਗਿਆਸਾ ਹੁੰਦੀ ਹੈ। ਸਾਧਨਾਂ ਵਿੱਚ ਖੇਤੀਬਾੜੀ, ਦਸਤਕਾਰੀ, ਉਦਯੋਗ ਦੇ ਕਾਰਖਾਨੇ ਸ਼ਾਮਲ ਹੁੰਦੇ ਹਨ। ਕਿਸੇ ਮੁਲਕ ਦੇ ਉਤਪਾਦਨ ਉੱਥੋਂ ਦੀ ਆਰਥਿਕਤਾ ਨਾਲ ਸਿੱਧਾ ਸੰਬੰਧ ਹੁੰਦਾ ਹੈ। ਆਰਥਿਕਤਾ ਉੱਥੋਂ ਦੀ ਤਰੱਕੀ ਅਤੇ ਸਹੂਲਤ ਨਾਲ ਜੁੜੀ ਹੁੰਦੀ ਹੈ। ਇਸ ਲਈ ਕਿਸੇ ਮੁਲਕ ਦੀ ਉਪਜ ਦੇ ਉਤਪਾਦਨ ਬਾਰੇ ਜਾਣਕਾਰੀ ਵੀ ਸਫ਼ਰਨਾਮੇ ਦੀ ਸੰਰਚਨਾ ਦਾ ਤੱਤ ਇੱਕ ਬਣ ਜਾਂਦੀ ਹੈ। ਵਿਵਸਥਾ ਅਤੇ ਰਾਜ ਪ੍ਰਬੰਧ, ਠੀਕ ਹੈ ਨਾ। ਜਿਵੇਂ ਉੱਥੋਂ ਦਾ ਜਿਹੜਾ ਰਾਜ ਪ੍ਰਬੰਧ ਹੈ ਉਸ ਬਾਰੇ ਦੱਸਣਾ। ਜਿਵੇਂ ਉਪਜ ਪਹਿਲਾਂ ਆਰਥਿਕ ਤੌਰ 'ਤੇ ਦੱਸਿਆ ਸੀ ਨਾ। ਜਿਵੇਂ ਜਸਵੰਤ ਸਿੰਘ ਨੇਕੀ ਆਪਣੀ ਯੂਰਪ ਫੇਰੀ ਨਾਲ ਸੰਬੰਧਿਤ ਸਫ਼ਰਨਾਮੇ ਵਿੱਚ ਰੂਸ ਦੇ ਇੱਕ ਹਵਾਈ ਅੱਡੇ ਉੱਤੇ ਕੋਕਾ ਕੋਲਾ ਮੰਗਣ ਉਪਰੰਤ ਪੈਦਾ ਹੋਏ ਬਖੇੜੇ ਦਾ ਵਰਣਨ ਕਰਦਾ ਹੈ। ਇਉਂ ਹੀ ਸਮਾਜਵਾਦੀ ਵਿਵਸਥਾ ਦੌਰਾਨ ਰੂਸ ਦੀ ਯਾਤਰਾ ਕਰਨ ਵਾਲੇ ਪੰਜਾਬੀ ਸਫ਼ਰਨਾਮੇ ਲੇਖਕਾਂ ਨੇ ਰੂਸੀ ਸਮਾਜਵਾਦ ਦੀਆਂ ਜਿਹੜੀਆਂ ਬਰਕਤਾਂ ਦਾ ਵਰਣਨ ਆਪਣੇ ਸਫ਼ਰਨਾਮਿਆਂ ਵਿੱਚ ਕੀਤਾ ਹੈ। ਕਿਸੇ ਮੁਲਕ ਵਿੱਚ ਅਨੁਸ਼ਾਸਨ, ਸੁਰੱਖਿਆ ਆਦਿ ਕਾਇਮ ਰੱਖਣ ਲਈ ਕਿਸ ਤਰ੍ਹਾਂ ਪੁਲਿਸ ਅਤੇ ਫੌਜ ਦਾ ਪ੍ਰਬੰਧ ਹੈ, ਸਭ ਕੁਝ ਰਾਜ ਪ੍ਰਬੰਧ ਦੇ ਵਿੱਚ ਆਉਂਦਾ ਹੈ। ਅੱਗੇ ਆ ਗਿਆ ਤਰਜ਼ੇ ਜ਼ਿੰਦਗੀ ਜਾਂ ਜੀਵਨ ਜਾਂਚ। ਕਿਸੇ ਮੁਲਕ ਦੀ ਯਾਤਰਾ 'ਤੇ ਜਾਣ ਵਾਲੇ ਜਿਹੜੇ ਸੈਲਾਨੀ ਹੁੰਦੇ ਨਾ, ਉਸ ਮੁਲਕ ਦੇ ਜਿਹੜੇ ਲੋਕ ਨੇ ਉੱਥੋਂ ਦਾ ਖਾਣ ਪੀਣ, ਰਹਿਣ ਸਹਿਣ, ਰਸਮ ਰਿਵਾਜ, ਰਿਸ਼ਤਾ ਨਾਤਾ, ਪ੍ਰਬੰਧ ਆਦਿ ਨੂੰ ਆਪਣੇ ਸਫ਼ਰਨਾਮੇ ਦੇ ਰਾਹੀਂ ਪ੍ਰਗਟ ਕਰਦੇ ਹਨ, ਠੀਕ ਹੈ। ਜਿਹੜਾ ਸਫਲ ਸਫ਼ਰਨਾਮਾਕਾਰ ਹੁੰਦਾ ਨਾ ਬੱਚਿਓ, ਉਹ ਆਪਣੀ ਕਲਮ ਦੀ ਸ਼ਕਤੀ ਨਾਲ ਪਾਠਕ ਨੂੰ ਉਸ ਮੁਲਕ ਦੇ ਵਿੱਚ ਹੀ ਲੈ ਜਾਂਦਾ, ਠੀਕ ਹੈ, ਉੱਥੋਂ ਦੇ ਸੱਭਿਆਚਾਰ ਦੇ ਨਾਲ ਜੋੜ ਦਿੰਦਾ, ਠੀਕ ਹੈ, ਉੱਥੋਂ ਦੇ ਸੱਭਿਆਚਾਰ ਅਤੇ ਜੀਵਨ ਜਾਂਚ ਨੂੰ ਪੇਸ਼ ਕਰਦਾ ਹੈ, ਠੀਕ ਹੈ। ਇਹ ਪਾਠਕ ਲਈ ਹੋਰ ਵੀ ਵਧੇਰੇ ਰੋਚਕ ਹੋ ਜਾਂਦਾ ਹੈ।
ਸਫ਼ਰਨਾਮੇ ਦਾ ਪਾਠਕ ਸੰਬੰਧਿਤ ਮੁਲਕ ਦੇ ਜਨਜੀਵਨ ਬਾਰੇ ਜਾਣਨ ਲਈ ਵਧੇਰੇ ਉਤਸੁਕ ਹੁੰਦਾ ਹੈ। ਇਸ ਉਤਸੁਕਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨਾ ਸਫ਼ਰਨਾਮਾਕਾਰ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ। ਦ੍ਰਿਸ਼ਾਵਲੀ ਅਤੇ ਅਜੂਬੇ ਵੀ ਜਗ੍ਹਾ ਜਗ੍ਹਾ ਜਿਹੜੇ ਵਧੀਆ ਵਧੀਆ ਅਜੂਬੇ ਨੇ, ਦ੍ਰਿਸ਼ ਨੇ ਉੱਥੋਂ ਦੇ, ਉਹ ਪੇਸ਼ ਕਰਨਾ ਸਫ਼ਰਨਾਮੇ ਦਾ ਇੱਕ ਹਿੱਸਾ ਹੁੰਦਾ ਹੈ। ਉਦਾਹਰਨ ਲਈ ਅਮਰੀਕਾ ਵਿੱਚ ਡਿਜ਼ਨੀਲੈਂਡ, ਵੈਨਕੂਵਰ, ਕੈਨੇਡਾ ਵਿੱਚ ਸਕਾਈ ਟ੍ਰੇਨ, ਜਿਵੇਂ ਕੈਨੇਡਾ ਦੇ ਵਿੱਚ ਰੋਲਰ ਕੋਸਟਰ, ਭਾਰਤ ਵਿੱਚ ਤਾਜ ਮਹਿਲ ਆਦਿ ਅਜੂਬੇ ਹੁੰਦੇ ਨੇ ਜਿਹੜੇ ਇਹ ਵੀ ਉਸਦੇ ਤੱਤ ਹੁੰਦੇ ਨੇ। ਠੀਕ ਹੈ, ਉਸਨੂੰ ਆਪਾਂ ਅੰਕਿਤ ਕਰ ਸਕਦੇ ਹਾਂ। ਵਿਰਸਾ ਅਤੇ ਵਿਰਾਸਤ, ਠੀਕ ਹੈ ਨਾ, ਜਿਵੇਂ ਕਿਸੇ ਦੇਸ਼ ਦਾ ਕੋਈ ਵਿਰਸਾ ਹੋਵੇ ਉਹ ਵੀ ਆਪਾਂ ਸਾਂਝਾ ਕਰ ਸਕਦੇ ਹਾਂ। ਜਿਵੇਂ ਕਿ ਆਪਣੇ ਭਾਰਤ ਦਾ ਤਾਜ ਮਹਿਲ ਦਾ ਜਿਹੜਾ ਜ਼ਿਕਰ ਹੈ ਉਹ ਬਹੁਤ ਜ਼ਰੂਰੀ ਬਣ ਜਾਂਦਾ ਹੈ ਨਾ। ਅਤੇ ਇਹ ਸਾਰੇ ਅਜੂਬੇ ਨੇ ਜਿਹੜੇ ਆਪਾਂ ਇਹਨਾਂ ਨੂੰ ਪੇਸ਼ ਕਰ ਸਕਦੇ ਹਾਂ। ਠੀਕ ਹੈ, ਵੀ ਇਹ ਜਾਣਕਾਰੀ ਪਾਠਕਾਂ ਨਾਲ ਵੀ ਸਾਂਝੀ ਕਰਦਾ ਹੈ ਉਹ। ਠੀਕ ਹੈ, ਕਿਹੜੀ ਜਾਣਕਾਰੀ ਵੀ ਆਪਣੀ ਯਾਤਰਾ ਦੇ ਦੌਰਾਨ ਸੈਲਾਨੀ ਯਾਤਰਾ ਅਧੀਨ ਮੁਲਕ ਦੇ ਜਿਹੜਾ ਵਿਰਸਾ ਹੁੰਦਾ ਨਾ ਅਤੇ ਉੱਥੋਂ ਦੀ ਵਿਰਾਸਤ ਹੁੰਦੀ ਹੈ। ਅੱਗੇ ਆ ਗਿਆ ਸਫ਼ਰਨਾਮੇ ਦਾ ਉਦੇਸ਼। ਸਫ਼ਰਨਾਮੇ ਦਾ ਉਦੇਸ਼ ਬਿੰਦੂ ਵਿਸ਼ੇਸ਼ ਕਰਕੇ ਅਣਡਿੱਠ ਬੇਗਾਨੀ ਧਰਤੀ ਅਤੇ ਪ੍ਰਵਾਸੀ ਜਨਜੀਵਨ ਹੁੰਦਾ ਹੈ। ਪ੍ਰਵਾਸੀ ਮਤਲਬ ਉੱਥੋਂ ਦੇ ਰਹਿਣ ਵਾਲੇ ਲੋਕਾਂ ਦਾ, ਕਿਉਂਕਿ ਸੈਲਾਨੀ ਦੀ ਮਨੋਵਿਰਤੀ ਓਪਰੀ ਅਤੇ ਅਜੀਬ ਦੁਨੀਆ ਦਾ ਆਂਤਰਿਕ ਭੇਤ ਤਲਾਸ਼ ਕਰਨ ਲਈ ਹੀ ਉਤਸੁਕ ਹੁੰਦੀ ਹੈ ਅਤੇ ਪ੍ਰਵਾਸ ਅਤੇ ਪ੍ਰਵਾਸੀ ਜੀਵਨ ਹੀ ਉਸ ਦਾ ਆਕਰਸ਼ਣ ਸਰੋਤ ਹੁੰਦਾ ਹੈ। ਪੰਜਾਬੀ ਦੇ ਬਹੁਤੇ ਸਫ਼ਰਨਾਮੇ ਬੇਗਾਨੇ ਭੂ-ਖੰਡਾਂ ਨਾਲ ਹੀ ਸੰਬੰਧਿਤ ਹਨ, ਜਿਵੇਂ ਮੇਰਾ ਵਿਲਾਇਤੀ ਸਫ਼ਰਨਾਮਾ, ਕਮਲਾ ਅਕਾਲੀ ਦਾ ਪ੍ਰਦੇਸ ਯਾਤਰਾ ਸ਼ੇਰ ਸਿੰਘ, ਅਮਰੀਕਾ ਦਾ ਸਫ਼ਰ ਪ੍ਰਦੁਮਨ ਸਿੰਘ, ਰੂਸੀ ਸਫ਼ਰਨਾਮਾ ਨਰਿੰਦਰਪਾਲ ਸਿੰਘ, ਮੇਰਾ ਪਾਕਿਸਤਾਨੀ ਸਫ਼ਰਨਾਮਾ ਬਲਰਾਜ ਸਾਹਨੀ ਅਤੇ ਸੱਚੋ ਸੱਚ ਨਰਿੰਦਰ ਸਿੰਘ ਕਪੂਰ ਆਦਿ। ਅਤੇ ਸਫ਼ਰਨਾਮਾ ਬਹੁ ਉਦੇਸ਼ੀ ਸਾਹਿਤ ਰਚਨਾ ਹੈ। ਮਨੋਰੰਜਨ ਤੋਂ ਲੈ ਕੇ ਗਿਆਨ ਦੀ ਪ੍ਰਾਪਤੀ ਤੱਕ ਸਫ਼ਰਨਾਮੇ ਦੇ ਉਦੇਸ਼ਾਂ ਦੀ ਇੱਕ ਲੜੀ ਹੈ। ਪੰਜਾਬੀ ਸਾਹਿਤ ਕੋਸ਼ ਵਿੱਚ ਲਿਖਿਆ ਹੈ ਕਿ ਸਫ਼ਰਨਾਮਾ ਵਰਣਨ ਦੇ ਵੇਰਵੇ ਦੁਆਰਾ ਨਾ ਕੇਵਲ ਆਪਣੇ ਪਾਠਕਾਂ ਦੇ ਮਨ ਪਰਚਾਵੇ ਦਾ ਸਾਧਨ ਬਣਦਾ ਹੈ, ਸਗੋਂ ਆਰਥਿਕ, ਰਾਜਨੀਤਿਕ ਅਤੇ ਵਿਗਿਆਨਿਕ ਤੇ ਵਪਾਰਿਕ ਗਿਆਨ ਲਈ ਵੀ ਸਹਾਈ ਹੁੰਦਾ ਹੈ। ਡਾਕਟਰ ਕਪੂਰ ਦੀ ਧਾਰਨਾ ਹੈ ਕਿ ਸਫ਼ਰਨਾਮੇ ਦਾ ਉਦੇਸ਼ ਸਾਡੇ ਵਿੱਚ ਵਿਸ਼ਵ ਦ੍ਰਿਸ਼ਟੀ ਅਤੇ ਵਿਸ਼ਵ ਭਾਵਨਾ ਪੈਦਾ ਕਰਨਾ ਹੁੰਦਾ ਹੈ, ਕਿਉਂਕਿ ਮਨ ਦੇ ਗੁਪਤ ਸਰੋਵਰਾਂ ਵਿੱਚੋਂ ਫੁੱਟਦੇ ਫੁਰਨੇ ਸਾਰੇ ਸੰਸਾਰ ਦੇ ਸੰਦਰਭ ਵਿੱਚ ਸੋਚਣ ਦਾ ਸਲੀਕਾ ਸਿਖਾਉਂਦੇ ਹਨ। ਅੱਗੇ ਮੈਂ ਕੇਂਦਰਿਤ ਰਚਨਾ, ਵੀ ਆਪਣੇ ਆਪ 'ਤੇ ਕੇਂਦਰਿਤ। ਸਵੈ ਜੀਵਨੀ ਵਾਂਗ ਸਫ਼ਰਨਾਮਾ ਵੀ ਮੈਂ ਕੇਂਦਰਿਤ ਰਚਨਾ ਹੈ। ਠੀਕ ਹੈ, ਮੈਂ ਮਤਲਬ ਮੇਰਾ ਆਪਣਾ। ਇਸ ਵਿੱਚ ਵੀ ਨਾਇਕ ਅਤੇ ਲੇਖਕ ਇੱਕੋ ਵਿਅਕਤੀ ਹੁੰਦਾ ਹੈ। ਸਫ਼ਰਨਾਮੇ ਦਾ ਕੇਂਦਰ ਬਿੰਦੂ ਭਾਵੇਂ ਕਿਸੇ ਭੂ-ਖੰਡ, ਧਰਤੀ ਦੇ ਟੁਕੜੇ ਨੂੰ ਬਿਰਤਾਂਤ ਕਰਨਾ ਹੈ, ਪਰ ਇਸ ਦੇ ਵਿੱਚ ਜਿਹੜਾ ਮੈਂ ਸ਼ੈਲੀ ਹੁੰਦੀ ਹੈ, ਮਤਲਬ ਮੈਂ ਆਪਣੇ ਆਪ ਨੂੰ ਅੱਗੇ ਰੱਖਣਾ। ਠੀਕ ਹੈ ਨਾ। ਇਸ ਰਚਨਾ ਦਾ ਵਿਸ਼ਾ ਵਸਤੂ ਲੇਖਕ ਨੇ ਵੇਖੀ ਭਾਲੀ ਥਾਂ ਹੁੰਦੀ ਹੈ। ਇਸ ਵਿਚਲੇ ਵਿਸ਼ਿਆਂ ਦੀ ਜੋ ਪ੍ਰਤੀਕਿਰਿਆ ਹੁੰਦੀ ਹੈ ਨਾ, ਉਹ ਲੇਖਕ ਸੈਲਾਨੀ ਖੁਦ ਹੀ ਪੇਸ਼ ਕਰਦਾ ਹੈ। ਆਪ ਹੀ ਆਲੋਚਕ ਹੈ, ਆਪ ਹੀ ਨਾਇਕ ਹੈ। ਠੀਕ ਹੈ, ਸਾਰਾ ਕੁਛ ਆਪ ਹੀ ਹੁੰਦਾ ਹੈ। ਸਫ਼ਰਨਾਮੇ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ ਸਫ਼ਰਨਾਮਾ ਲੇਖਕ ਦੀਆਂ ਯਾਦਾਂ ਅਤੇ ਸਿਮਰਤੀਆਂ ਦੀ ਪੁਨਰ ਸਿਰਜਣਾ ਹੁੰਦੀ ਹੈ, ਕਿਉਂਕਿ ਯਾਤਰਾ ਦੇ ਵਿੱਚ ਜੋ ਵੀ ਦੇਖਦਾ ਉਹ ਉਹਨੂੰ ਦੁਬਾਰਾ ਲਿਖਦਾ ਹੈ। ਠੀਕ ਹੈ, ਅਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਭਾਸ਼ਾ ਅਤੇ ਸ਼ੈਲੀ ਦੇਖਦੇ ਹਾਂ ਬੱਚਿਓ ਆਪਾਂ। ਸਾਹਿਤਕਤਾ ਨਿਰਸੰਦੇਹ ਸਫ਼ਰਨਾਮੇ ਦੀ ਰੂਹ ਹੈ। ਸਾਹਿਤਕ ਸੰਪੂਰਨਤਾ ਤੋਂ ਬਿਨਾਂ ਸਫ਼ਰਨਾਮਾ ਮਹਿਜ਼ ਕਿਸੇ ਮੁਲਕ ਦੇ ਨਾਵਾਂ ਥਾਵਾਂ ਦੇ ਵੇਰਵਿਆਂ ਦਾ ਕੜਮੱਸ ਬਣ ਜਾਂਦਾ ਹੈ। ਸਾਹਿਤਕ ਸੰਪੂਰਨਤਾ ਮਤਲਬ ਲਿਖਣ ਦਾ ਢੰਗ ਆਪਾਂ ਹੈ, ਉਂਝ ਤਾਂ ਥਾਂ ਹੀ ਹੈ, ਪਰ ਤਾਜ ਮਹਿਲ ਨੂੰ ਆਪਾਂ ਕਿੱਦਾਂ ਬਿਆਨ ਕਰਦੇ ਹਾਂ ਉਹ ਬੱਚਿਓ ਅਸਲੀ ਸਾਹਿਤਕ ਚੀਜ਼ ਹੁੰਦੀ, ਕਿਸੇ ਚੀਜ਼ ਨੂੰ ਬਿਆਨ ਕਰਨਾ। ਠੀਕ ਹੈ, ਅਜਿਹੀਆਂ ਕਲਾ ਯੁਕਤਾਂ ਵਿੱਚ ਭਾਸ਼ਾਈ ਖੂਬੀਆਂ, ਸੋਝ, ਸੁੰਦਰ ਸ਼ਬਦਾਵਲੀ, ਵੰਨ ਸੁਵੰਨੀ ਬਿੰਬਾਵਲੀ, ਸੱਜਰੇ ਸੱਜਰੇ ਪ੍ਰਤੀਕ ਅਤੇ ਚਿੰਨ੍ਹ, ਰੋਚਕ ਪ੍ਰਕਿਰਤੀ ਚਿਤਰਣ ਅਤੇ ਸਾਰਥਕ ਅਖਾਣ ਮੁਹਾਵਰੇ ਉਲੇਖਯੋਗ ਹਨ, ਜਿਨ੍ਹਾਂ ਦੀ ਓਟ ਲੈ ਕੇ ਸਫ਼ਰਨਾਮਾਕਾਰ ਆਪਣੀ ਵਿਸ਼ੇ ਵਸਤੂ ਅਨੁਭਵਾਂ ਅਤੇ ਅਹਿਸਾਸਾਂ ਨੂੰ ਸਾਕਾਰ ਕਰਦਾ ਹੈ। ਮਿਸਾਲ ਵਜੋਂ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਮੇਰਾ ਵਿਲਾਇਤੀ ਸਫ਼ਰਨਾਮਾ ਵਿੱਚੋਂ ਪ੍ਰਕਿਰਤੀ ਦੇ ਜਿਹੜਾ ਚਿਤਰਣ ਦਾ ਇੱਕ ਨਮੂਨਾ ਵੇਖੋ। ਇੱਥੇ ਵਲੈਤ ਦੀ ਰੇਲਵੇ ਲਾਈਨ ਦੁਆਲੇ ਦੋਹੀਂ ਪਾਸੇ ਸੋਹਣੀ ਚਿੱਟੀ ਰੇਤ ਦੇ ਵੱਡੇ ਟਿੱਬੇ ਦੂਰ ਤੀਕ ਲਾਰਾਂ ਬੰਨ੍ਹੀ ਖਲੋਤੇ ਹਨ ਅਤੇ ਨਾਲ ਹੀ ਖਾਰਾ ਸਮੁੰਦਰ ਕਦੇ ਨੇੜੇ ਕਦੇ ਦੂਰ ਆਉਂਦਾ ਪ੍ਰਤੀਤ ਹੁੰਦਾ ਹੈ। ਠੀਕ ਹੈ ਬੱਚਿਓ, ਇਸ ਤਰ੍ਹਾਂ ਬਹੁਤ ਸਾਰੀਆਂ ਉਦਾਹਰਨਾਂ ਇਹਨਾਂ ਨੇ ਦਿੱਤੀਆਂ ਨੇ। ਜਿਵੇਂ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਵੀ ਬਹੁਤ ਸੁੰਦਰ ਲਿਖਿਆ ਉਹਨਾਂ ਨੇ, ਜਿਵੇਂ ਕਿ ਮੈਂ ਵੀ ਆਪਣੇ ਮੱਥੇ ਵਿੱਚ ਆਸਾਂ ਦਾ ਦੀਵਾ ਬਾਲ ਕੇ ਨਿਕਲਿਆ ਸਾਂ, ਮੇਰੇ ਦੋਸਤ ਅਤੇ ਦੋਸਤਾਂ ਵਰਗੇ ਰਿਸ਼ਤੇਦਾਰਾਂ ਦੇ ਮੁਖੜਿਆਂ ਉੱਤੇ ਮਾਲ ਗੱਡੀ ਜਿੰਨੀ
लंबी मुस्कुराहट ने मैनू कोलंबस वाला भरोसा दिता सी। ठीक है ना, जिमें देखो सिंपल भी कह सकते हैं वो भी उत्थे सड़क है, तो जिस तरह इन्होंने बयान किया। ठीक है, तो ये सारा कुछ बच्चों भी अलग अलग लेखकां ने कहा, जिमें भी लंदन विच घूमदिਆਂ इंज लग्या, ये मतलब आपां नूं किन्ना ने कहा ये भी अगे कहते हैं भी यूरोप भावें बुढ़ा हो रहा है पर अमरीका जवान है। ठीक है ना, अमरीका उछल उछल डुल डुल पैंदा देश है। लंडन विच घूमदिਆਂ इंज लग्या जिवें इतिहास दीआं गलियां विच घूम रहा होवां। पूरब ते पश्चिम विच अंतर राम ते रावण वाला है। जे तुसी पैरिस बिना बुलाए अते बिना पते दिते चले जाओ तो पैरिस तुहानूं अपनी भूआ वांग अपना लगेगा। सफ़रनामे की रचना तकनीक के संदर्भ विच कला शैलियां दा भी महत्वपूर्ण स्थान है। सफ़रनामा एक गद्यात्मक रचना है, इसलिए इसकी सिरजना विच वार्तक शैली का बहुत योगदान है। ਵੱਖ-ਵੱਖ सफ़रनामिਆਂ ਵਿੱਚ ਵੱਖ-ਵੱਖ शैलियां मिलदियां ਹਨ, जिमें कथात्मक शैली, डायरी शैली, पात्र शैली। पर गल्प शैली का प्रयोग सफ़रनामे का हर लेखक करता है, क्योंकि सफ़रनामे विच कल्पना की पाण चाढ़ के बाहरी भौतिक स्थूल सच के पिछे लुकियां हुई विसंगतियां, उलारां ते अनाचारां नूं साकार करन लई लेखक वचनबद्ध हुंदा है। सफ़रनामे के विकास पड़ा। सफ़रनामा अज भावें ਸਾਹਿਤ की एक लोकप्रिय वन्नगी की शक्ल विच प्रवानित हो चुका है, पर यह कई विकास पड़ावां विचों लंघिया है। प्राचीन भारत विच सफ़रनामा जां यात्रा ਸਾਹਿਤ दीआं बहुतियां मिसालां उपलब्ध नहीं हैं, परंतु पश्चिमी देशों विच सफ़रनामे के बीज अंश बहुत पुराने समय तो मिलते हैं। अपने नहीं पर उधर जरूर मिलते हैं। पंजाबी ਸਾਹਿਤ कोश के अनुसार सफ़र ਸਾਹਿਤ का उद्भव ते विकास सैलानियों दीआं ज़बानी दसियां हुई कहानियां तो होया, जिन्हां ने कुछ समय पिछों ਸਾਹਿਤਿਕ रूप धारण कर लिया। सिकंदर दीआं कहानियां, सिंधबाद दीआं कहानियां ਅਤੇ उड़ीसी पुरातन सफ़र ਸਾਹਿਤ ਦੇ सुप्रसिद्ध नमूने हैं। विकास की दूजी कड़ी विच अजिहा ਸਾਹਿਤ आउंदा है जिस विच सैलानियों ने अपने सफ़र का हाल क्रमबद्ध ਅਤੇ सुंदर ढंग नाल कलमबद्ध किया है। फाहियान, ह्यून सांग, इत्सिंग, इबन बतूता, अलबरूनी, मार्क पोलो, बर्नियर ਅਤੇ टैवरनियर, ठीक है, ते वर्गे महान सैलानियों ने देश विदेश का सफ़र करके उस समय की राजसी, समाजिक ते धार्मिक दशा नूं अपणियां लिखतां विच बयान किया है। अजिहे सफ़र बिरतांत एक तरह के समाचार ग्रंथ हैं, पर इन्हां विच ਸਾਹਿਤਿਕ अंश ना मात्र है। अगे चल के मध्यकाल विच आधुनिक काल विचों समुद्रों पार जाण वाले अते नवीं खोजां करन वाले यात्रियों ने अपने अपने सफ़र समाचार बड़े रोचक ढंग नाल लिखे हैं। इन्हां विच पीटर मार्टिर अते पिंटो मशहूर हैं। आधुनिक काल विच सैलानी नवे नज़ारियां, चित्रां अते आकर्षक सुंदरता अते मोहित होए ਅਤੇ ਉਹਨਾਂ ਦੀ ਭਾਵਕ ਸ਼ੈਲੀ ਵਿੱਚ ਕਲਪਨਾ ਦੀ ਪਾਣ ਚੜ੍ਹਾ ਕੇ ਨਜ਼ਾਰਿਆਂ ਨੂੰ ਸੁਆਦਲੇ ਢੰਗ ਨਾਲ ਵਿਅਕਤ ਕੀਤਾ। ਇਹਨਾਂ ਵਿੱਚ ਗੇਟੇ, ਬਾਇਰਨ, ਸਵੇਨਹੇਡਨ ਪ੍ਰਸਿੱਧ ਹਨ। ਇਸੇ ਪਰੰਪਰਾ ਦੀ ਨਿਰੰਤਰਤਾ ਤੋਂ ਪੱਛਮੀ ਸਫ਼ਰਨਾਮਾ ਸਾਹਿਤ ਦੇ ਅਸਰ ਹੇਠ ਆਧੁਨਿਕ ਯੁੱਗ ਵਿੱਚ ਪੰਜਾਬੀ ਦਾ ਸਫ਼ਰਨਾਮਾ ਸਾਹਿਤ ਉੱਭਰਦਾ ਹੈ, ਜੋ ਕਿ ਇਸੇ ਸਦੀ ਵਿੱਚ ਇੱਕ ਹਰਮਨ ਪਿਆਰੇ ਰੂਪ ਵਜੋਂ ਪ੍ਰਫੁੱਲਿਤ ਹੁੰਦਾ ਹੈ। पंजाबी विच सफ़रनामा ਸਾਹਿਤ ਤੇ ਪੰਜਾਬੀ ਵਿੱਚ ਕਿਹਨਾਂ ਲਿਖਿਆ ਦੇਖਦੇ ਆਪਾਂ। ਪੰਜਾਬੀ ਵਿੱਚ ਸਫ਼ਰਨਾਮੇ ਦਾ ਸਾਹਿਤ ਕਈ ਹੋਰ ਰੂਪਾਂ ਦੇ ਨਾਲ ਪੱਛਮੀ ਸਾਹਿਤ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੀ ਉਤਪੰਨ ਹੋਇਆ ਹੈ। ਕੁਝ ਲੋਕ ਸਫ਼ਰਨਾਮੇ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਨਾਲ ਜੋੜਦੇ ਹਨ, ਜੋ ਸਹੀ ਨਹੀਂ, ਕਿਉਂਕਿ ਉਦਾਸੀਆਂ ਦੀ ਸ਼ਕਲ ਵਿੱਚ ਯਾਤਰਾ ਭਾਵੇਂ ਗੁਰੂ ਜੀ ਨੇ ਕੀਤੀ ਹੈ, ਪਰ ਯਾਤਰਾ ਬਿਰਤਾਂਤ ਕਿਸੇ ਹੋਰ ਸ਼ਰਧਾਲੂਆਂ ਨੇ ਅੰਕਿਤ ਕੀਤਾ ਹੈ। ਵਾਸਤਵ ਵਿੱਚ ਪੰਜਾਬੀ ਸਫ਼ਰਨਾਮਾ ਰੂਪ ਦਾ ਮੁੱਢ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਮੇਰਾ ਵਿਲਾਇਤੀ ਸਫ਼ਰਨਾਮਾ ਨਾਲ ਬੱਝਦਾ ਹੈ। ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਬੱਚੋ। ਤੇ ਕਮਲਾ ਅਕਾਲੀ ਨੇ ਵਿਦੇਸ਼ ਦੇ ਅਨੁਭਵ ਬੜੀ ਸਾਊ ਸ਼ੈਲੀ ਵਿੱਚ ਅੰਕਿਤ ਕੀਤੇ ਹਨ। ਇਸ ਤੋਂ ਉਪਰੰਤ ਸਫ਼ਰਨਾਮਾ ਸਾਹਿਤਿਕ ਧਾਰਾ ਦਾ ਪ੍ਰਵਾਹ ਨਿਰੰਤਰ ਜਾਰੀ ਹੈ। ਡਾਕਟਰ ਹਰਦਿਤ ਸਿੰਘ ਦਾ ਪੂਰਬ ਪੱਛਮ, ਡਾਕਟਰ ਸ਼ੇਰ ਸਿੰਘ ਦਾ ਪਰਦੇਸ ਯਾਤਰਾ, ਪਿਆਰਾ ਸਿੰਘ ਦਾਤਾ ਦਾ ਸੈਲਾਨੀ ਦੀ
ਪ੍ਰਦੇਸ਼ ਯਾਤਰਾ ਤੇ SS ਅਮੋਲ ਦਾ ਯਾਤਰੂ ਦੀ ਡਾਇਰੀ, ਨਰਿੰਦਰ ਪਾਲ ਸਿੰਘ ਦਾ ਰੂਸੀ ਸਫ਼ਰਨਾਮਾ, ਬਲਰਾਜ ਸਾਹਨੀ ਦਾ ਮੇਰਾ ਰੂਸੀ ਸਫ਼ਰਨਾਮਾ, ਬਲਵੰਤ ਕਾਰਗੀ ਦਾ ਪਤਾਲ ਦੀ ਧਰਤੀ ਆਦਿ ਸਫ਼ਰਨਾਮੇ ਵਰਣਨਯੋਗ ਹਨ। ਇਹਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਦਾ ਕਬੂਤਰਾਂ ਦੀ ਪਰਵਾਜ਼ ਤੇ ਸਵਰਨ ਚੰਦਰ ਦਾ ਆਪਣੀ ਧਰਤੀ ਵੀ ਉਲੇਖਯੋਗ ਹਨ। ਪ੍ਰਸਿੱਧ ਸਾਹਿਤਕਾਰ ਰਵਿੰਦਰ ਰਵੀ ਦੀਆਂ ਸਿਮਰਤੀਆਂ ਦੇ ਦੇਸ਼ ਅਤੇ ਮਸ਼ਹੂਰ ਕਵੀ ਹਰਭਜਨ ਹਲਵਾਰਵੀ ਦਾ ਭਾਰਤ ਦੀ ਯਾਤਰਾ ਤੇ ਚੀਨ ਦੀ ਫੇਰੀ ਸਫ਼ਰਨਾਮੇ ਸਾਹਿਤਕ ਗੁਣਾਂ ਕਰਕੇ ਅਤਿ ਰੌਚਕ ਹਨ। ਡਾਕਟਰ ਨਰਿੰਦਰ ਸਿੰਘ ਕਪੂਰ ਦਾ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ ਨਵੀਨਤਮ ਸਫ਼ਰਨਾਮਾ ਹੈ, ਜਿਸ ਵਿੱਚ ਡਾਕਟਰ ਕਪੂਰ ਨੇ ਗੋਰੀ ਧਰਤੀ ਦੀ ਤਰਜ਼ੇ ਜ਼ਿੰਦਗੀ ਬਾਰੇ ਜਿਹੜੀਆਂ ਟਿੱਪਣੀਆਂ, ਸਥਾਪਨਾਵਾਂ ਤੇ ਵਿਅੰਗ ਉਕਤੀਆਂ ਇੱਕ ਅਨੋਖੇ ਸਾਹਿਤਕ ਅੰਦਾਜ਼ ਦੇ ਵਿੱਚ ਪੇਸ਼ ਕੀਤੀਆਂ ਹਨ, ਉਹ ਸੱਚਮੁੱਚ ਲਾਜਵਾਬ ਹਨ। ਬੀਤੇ ਦਹਾਕਿਆਂ ਦੌਰਾਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹੋਈ ਤਰੱਕੀ ਨੇ ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਸੰਚਾਰ ਦੇ ਸਾਧਨ ਵੀ ਬੇਹੱਦ ਵਿਕਸਿਤ ਹੋਏ ਹਨ। ਇਸ ਸਮੁੱਚੀ ਤਰੱਕੀ ਨੇ ਸਫ਼ਰਨਾਮਾ ਸਾਹਿਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਜੋਕਾ ਯਾਤਰੂ ਤੇ ਯਾਤਰਾ ਦੌਰਾਨ ਵੇਖੀਆਂ ਥਾਵਾਂ, ਵਸਤਾਂ ਤੇ ਲੋਕਾਂ ਦਾ ਰਿਕਾਰਡ ਆਪਣੇ ਮੋਬਾਈਲ ਫੋਨ ਵਿੱਚ ਰੱਖ ਸਕਦਾ ਹੈ। ਇਸ ਲਈ ਪੰਜਾਬੀ ਸਾਹਿਤ ਵਿੱਚ ਸਫ਼ਰਨਾਮਾ ਸਾਹਿਤ ਗਿਣਾਤਮਕ ਅਤੇ ਗੁਣਾਤਮਕ ਦੋਨਾਂ ਪੱਖਾਂ ਤੋਂ ਅੱਗੇ ਵਧ ਰਿਹਾ ਹੈ। ਉੱਪਰ ਵਰਣਨ ਕੀਤੇ ਸਫ਼ਰਨਾਮਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਫ਼ਰਨਾਮਾਕਾਰ ਨੇ ਸਫ਼ਰਨਾਮੇ ਲਿਖੇ ਹਨ, ਜਿਨ੍ਹਾਂ ਵਿੱਚ ਲਾਲ ਸਿੰਘ ਕਮਲਾ ਕਾਲੀ, ਡਾਕਟਰ ਹਰਦਿੱਤ ਸਿੰਘ ਢਿੱਲੋਂ, ਪ੍ਰਿੰਸੀਪਲ ਸਰਮੁਖ ਸਿੰਘ, ਅਮੋਲ, ਸੰਤੋਖ ਸਿੰਘ ਧੀਰ, ਗੁਰਬਚਨ ਭੁੱਲਰ, ਬਲਦੇਵ ਸਿੰਘ, ਤਰਜੀਤ ਕੌਰ ਸੂਰੀ, ਬਰਜਿੰਦਰ ਹਮਦਰਦ ਅਤੇ ਡਾਕਟਰ ਅੰਬਰੀਸ਼ ਆਦਿ ਪ੍ਰਮੁੱਖ ਹਨ। ਬੱਚੋ ਆਪਾਂ ਪੜ੍ਹੇ ਵੀ ਨੇ ਸਾਰੇ, ਠੀਕ ਹੈ ਨਾ। ਅਤੇ ਇਹ ਸਾਰਾ ਸੀ ਆਪਾਂ ਸਫ਼ਰਨਾਮੇ ਬਾਰੇ ਬਹੁਤ ਵਿਸਤਾਰਪੂਰਵਕ ਦੱਸਿਆ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਬੱਚੋ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।